ਜਿਹੜੀਆਂ ਆਪਣੀਆਂ ਗੱਡੀਆਂ ਝੰਡੇ ਵਾਲੀਆਂ ਉਹਨਾਂ ਨੂੰ ਛੋੜ ਦਿੰਦਾ, ਜੋ ਦੂਜੀਆਂ ਗੱਡੀਆਂ ਉਹਨਾਂ ਤੋਂ ਟੋਲ ਪਲਾਜ਼ਾ ਵਸੂਲਿਆ ਜਾ ਰਿਹਾ। ਅਸੀਂ ਪਹਿਲਾਂ ਜਿਹੜੀ ਸਾਰੀ ਟ੍ਰੈਫਿਕ ਅਸੀਂ ਜਾਮ ਕੀਤੀ ਸੀ, ਪ੍ਰਸ਼ਾਸਨ ਕਹਿ ਰਿਹਾ ਸੀ ਵੀ ਅਸੀਂ ਕੱਟਾਂਗੇ ਪਰਚੀ, ਤਾਂ ਬਾਅਦ ਜਦੋਂ ਲਾਈਨਾਂ ਲੱਗੀਆਂ ਲੰਬੀਆਂ ਤਾਂ ਫਿਰ ਪ੍ਰਸ਼ਾਸਨ ਨੇ ਜਿਹੜਾ ਉਹ ਫ੍ਰੀ ਕਰਤਾ ਹੈ। ਜਿਹੜਾ ਪੁਲਿਸ ਪ੍ਰਸ਼ਾਸਨ ਆ ਵੱਡੀ ਗਿਣਤੀ ਦੇ ਵਿੱਚ ਆਇਆ, ਕਿਸਾਨਾਂ ਨੂੰ ਡਰਾਉਣ ਤੱਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਹੜੇ ਨਾਲ ਦੇ ਲੋਕ ਹੈ ਜਾਂ ਕੁਛ ਸਾਡੇ ਵਰਕਰ ਆ ਉਹਨਾਂ ਨੂੰ ਲੱਗਣ ਲੱਗ ਜੇ, ਦੇਖੋ ਪ੍ਰਸ਼ਾਸਨ ਕਿੰਨੀ ਸਿਆਣੀ ਗੱਲ ਕਰ ਰਿਹਾ ਬਈ, ਤਾਂ ਜਦ ਬਹੁਤ ਨਰਮ ਹੈ। ਇੱਕ ਦੂਜੇ ਪਾਸੇ ਸਾਰੇ ਜਿਹੜੇ ਆਥਰੂ ਗੈਸਾਂ ਦੇ ਲੈਂਸ ਹੋ ਕੇ ਆਉਣੇ, ਜਿਹੜੀਆਂ ਪਾਣੀ ਦੀਆਂ ਪਿਛਾੜਾਂ ਮਾਰਨੀਆਂ, ਉਹ ਇੱਕ ਪ੍ਰੈਸ਼ਰ ਪਾਸ ਤੇ। ਜੇ ਸਰਕਾਰ ਨੂੰ ਹਜੇ ਵੀ ਲੱਗਦਾ ਹੈ ਵੀ ਇਸ ਤਾਕਤ ਦੇ ਨਾਲ ਕਿਸਾਨਾਂ ਤੋਂ ਕੋਈ ਮੰਗ ਮਨਵਾਈ ਜਾ ਸਕਦੀ ਹੈ, किसानों को उठाया जा सकता है, वरत के देख लें वो छिट्टे की निकलणगे। प्रशासन क्या करना चाह रहा है? जोर जबरदस्ती करके धक्केशाही के दम पे प्रशासन टोल को खुलवाना चाहता है। इदा नहीं लग रहा जिद्दां पंजाब च जां हरियाणे दे विच भी टोल प्लाजियां ते पक्के जिहड़े धरने ने किसानां वल्लों डेरे लगाए गए ने, इन्हां टोल प्लाजियां ते भी किसानां नूं बैठना चाहिदा हर टाइम। तो फायदा करने वाली बात वो खुद अपने मुंह तक है। प्रधानमंत्री के ये मैं किसान का एक दून करूँगा, पैदा वो फायदा करूँगा दून। सत श्री अकाल जी, तुसीं देख रहे हो पंजाबी लोक चैनल। मैं मनविंदर सिंह टिवाणा ਤੁਹਾਨੂੰ ਦਿਖਾ ਰਹੇ ਹਾਂ ਕਿਸਾਨਾਂ ਵੱਲੋਂ ਅੱਜ KMP ਰੋਡ ਦੇ ਉੱਤੇ ਖੜਖੌਦਾ ਟੂਲ ਪਲਾਜ਼ਾ ਹੈ ਜਿਹੜਾ ਉਸ ਨੂੰ ਬਿਲਕੁਲ ਬੰਦ ਕੀਤਾ ਗਿਆ ਹੈ। ਟਰੈਕਟਰ ਟਰਾਲੀਆਂ ਲਗਾ ਕੇ ਰੋਡ ਜਾਮ ਕੀਤਾ ਗਿਆ ਹੈ ਕਿਉਂਕਿ ਇਹ ਟੋਲ ਪਲਾਜ਼ਾ ਵਾਲਿਆਂ ਵੱਲੋਂ ਟੂਲ ਆ ਜਿਹੜਾ ਉਹ ਵਸੂਲਿਆ ਜਾਂਦਾ ਸੀਗਾ, ਇੱਥੋਂ ਦੇ ਲੰਘਣ ਵਾਲੇ ਵਹੀਕਲਾਂ ਤੋਂ ਟੂਲ ਵਸੂਲਿਆ ਜਾਂਦਾ ਸੀਗਾ। ਕਿਸਾਨਾਂ ਨੇ ਕਿਹਾ ਜਦੋਂ ਤੱਕ ਕਿਸਾਨੀ ਮਸਲੇ ਦਾ ਹੱਲ ਨਹੀਂ ਹੁੰਦਾ, ਇਹ ਕਾਨੂੰਨ ਰੱਦ ਨਹੀਂ ਹੁੰਦੇ, ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ, ਰਾਜਸਥਾਨ ਦੇ ਵਿੱਚ ਕੋਈ ਵੀ ਟੋਲ ਪਲਾਜ਼ਾ ਹੈ ਜਿਹੜਾ ਨਹੀਂ ਚੱਲਣ ਦਿੱਤਾ ਜਾਊਗਾ। ਤਾਂ ਇਹਨਾਂ ਦੇ ਕਹਿਣ ਦੇ ਬਾਵਜੂਦ ਵੀ ਟੋਲ ਪਲਾਜ਼ੇ ਨੇ ਜਿਹੜੇ ਸਰਕਾਰਾਂ ਵੱਲੋਂ ਚਲਾਏ ਜਾਂਦੇ ਨੇ। ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਸੀਗਾ ਬਹਾਦਰਗੜ੍ਹ ਟੋਲ ਪਲਾਜ਼ਾ ਸੀਗਾ, ਉੱਥੇ ਟੋਲ ਵਸੂਲਿਆ ਜਾਂਦਾ ਸੀਗਾ, ਤੇ ਅੱਜ ਖੜਖੌਦਾ ਟੋਲ ਪਲਾਜ਼ੇ ਤੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ। ਇਹ ਭਾਰੀ ਮਾਤਰਾ ਦੇ ਵਿੱਚ ਜਿਹੜੇ ਕਿਸਾਨ ਪਹੁੰਚੇ ਨੇ, ਵੱਡੀ ਗਿਣਤੀ ਆ ਜਿਹੜੀ ਕਿਸਾਨਾਂ ਦੀ ਹੈ ਇੱਥੇ। ਤੇ ਹੋਰ ਵੀ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ, ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਜਿੱਥੇ ਉੱਥੇ ਸੁਰੱਖਿਆ ਬਲ ਦੇ ਜਿਹੜੇ ਦਸਤੇ ਨੇ, ਪੈਰਾਮਿਲਟਰੀ ਫੋਰਸ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਪਹੁੰਚੀਆਂ ਨੇ। ਵੱਡੀ ਗਿਣਤੀ 'ਚ ਇੱਥੇ ਪੁਲਿਸ ਪ੍ਰਸ਼ਾਸਨ ਤੈਨਾਤ ਆ, ਉੱਚ ਅਧਿਕਾਰੀ ਤੈਨਾਤ ਨੇ। ਗੱਲਬਾਤ ਕੀਤੀ ਜਾ ਰਹੀ ਆ ਇੱਥੇ ਕਿਸਾਨ ਨੇ ਜਿਹੜੇ, ਉਹਨਾਂ ਨਾਲ ਵੀ ਕੀ ਗੱਲ ਹੁੰਦੀ ਆ ਉਹ ਵੀ ਗੱਲ ਸੁਣਾਵਾਂਗੇ। ਹਾਂਜੀ, संयुक्त किसान मोर्चे ने जब ऐलान कर रखा है कि जब तक आंदोलन चलेगा तब तक आप टोल बंद रखिए, यानी टोल फ्री रखिए, तो प्रशासन जोर जबरदस्ती करके ये टोल क्यों खुलवा रहा है? तो उसके बाद प्रशासन ने ये कहा कि भाई हम किसानों का झंडा लगे हुई गाड़ी से ना तो टोल ले रहे और ना ही आगे लेंगे। प्रशासन ने ये रिक्वेस्ट करी कि जो बाकी किसानों के अलावा अन्य गाड़ियां हैं हम सिर्फ उनसे टोल लेंगे, बाकी और किसी से टोल नहीं लेंगे। हमने फिर ये कहा कि भाई यदि आपका ऐसा सुझाव है तो तौर तरीका ये बढ़ता है जिस तरीके से आपके सीनियर अधिकारी कई इश्यूज को लेकर संयुक्त किसान मोर्चा के नेताओं के साथ बैठक करते हैं। सिंघू बॉर्डर पे भी कई बार बैठक हुई जो नॉर्मल समस्याएं आती हैं, तो ऐसे ही आप अपना ये सुझाव लेके हमारे संयुक्त किसान मोर्चा के सीनियर नेताओं से आप बात करिए पहले, क्योंकि हम सारे ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ, ਵੱਡੀ ਗਿਣਤੀ ਦੇ ਵਿੱਚ ਜਿਹੜੀ ਪੈਰਾਮਿਲਟਰੀ ਫੋਰਸ ਦੀਆਂ ਟੀਮਾਂ ਨੇ, ਪੁਲਿਸ ਪ੍ਰਸ਼ਾਸਨ ਹੈ ਜਿਹੜਾ ਇੱਥੇ ਤੈਨਾਤ ਆ। ਦੂਜੀ ਸਾਈਡ ਤੇ ਕਿਸਾਨ ਨੇ ਜਿਹੜੇ, ਕਿਸਾਨਾਂ ਵੱਲੋਂ ਰੋਡ ਜਾਮ ਕੀਤਾ ਗਿਆ ਹੈ। ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਨੇ ਜਿਹੜੇ ਉਹ ਤੈਨਾਤ ਨੇ ਇੱਥੇ। ਟੋਲ ਪਲਾਜ਼ਾ ਹੈ ਜਿਹੜਾ ਬੰਦ ਕੀਤਾ ਗਿਆ ਹੈ ਕਿਉਂਕਿ ਕਹਿਣ ਦੇ ਬਾਵਜੂਦ ਵੀ, ਰੋਕਣ ਦੇ ਬਾਵਜੂਦ ਵੀ ਟੋਲ ਪਲਾਜ਼ਾ ਵੱਲੋਂ ਟੋਲ ਗੱਡੀਆਂ ਤੋਂ ਵਸੂਲਿਆ ਜਾਂਦਾ ਸੀਗਾ, ਜਿਸ ਲਈ ਕਿਸਾਨਾਂ ਨੇ ਇੱਥੇ ਧਰਨਾ ਲਗਾਇਆ ਹੈ। ਵੱਡੀ ਗਿਣਤੀ ਦੇ ਵਿੱਚ ਜਿਹੜੇ ਸੁਰੱਖਿਆ ਬਲ ਦੀਆਂ ਟੀਮਾਂ ਨੇ ਉਹ ਤੈਨਾਤ ਕੀਤੀਆਂ ਗਈਆਂ ਨੇ। ਪੈਰਾਮਿਲਟਰੀ ਫੋਰਸ ਹੈ ਜਿਹੜੀ ਉਹ ਇੱਥੇ ਤੈਨਾਤ ਕੀਤੀ ਗਈ ਆ।
ਲੇਡੀਜ਼ ਸੁਰੱਖਿਆ ਬਲ ਦੀਆਂ ਟੀਮਾਂ ਨੇ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਨੇ। ਵੱਡੀ ਗਿਣਤੀ 'ਚ ਜਿਹੜੇ ਅਧਿਕਾਰੀ ਨੇ, ਉੱਚ ਅਧਿਕਾਰੀ ਨੇ, ਉਹ ਇੱਥੇ ਮੌਜੂਦ ਨੇ। ਕਿਸਾਨਾਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਆ, ਰਾਬਤਾ ਬਣਾਇਆ ਜਾ ਰਿਹਾ। ਇਹ ਕਿਸਾਨ ਨੇ ਜਿਹੜੇ ਨਾਅਰੇਬਾਜ਼ੀ ਕਰ ਰਹੇ ਨੇ। ਕਿਸਾਨਾਂ ਵੱਲੋਂ ਜਿਹੜਾ ਰੋਡ ਆ ਉਹ ਜਾਮ ਕਰ ਦਿੱਤਾ ਗਿਆ, ਟੋਲ ਪਲਾਜ਼ਾ ਦੇ ਉੱਤੇ ਧਰਨਾ ਲਗਾ ਦਿੱਤਾ ਗਿਆ ਹੈ, ਨਾਅਰੇਬਾਜ਼ੀ ਕੀਤੀ ਜਾ ਰਹੀ ਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ। ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਇੱਥੇ ਜਿਹੜੇ ਕਿਸਾਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ, ਉਹ ਕੀ ਕਹਿੰਦੇ ਨੇ। ਕਿਸਾਨਾਂ ਨਾਲ ਵੀ ਗੱਲ ਕਰਾਂਗੇ। ਜਿਹੜੇ ਕਿਸਾਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ, ਉਹ ਕੀ ਕਹਿੰਦੇ ਨੇ। ਤੇ ਕਿਸਾਨ ਨੇ ਉਹਨਾਂ ਨਾਲ ਗੱਲ ਕਰਾਂਗੇ, ਉਹ ਕੀ ਕਹਿੰਦੇ ਨੇ, ਕਿਸ ਤਰ੍ਹਾਂ ਦੇਖਦੇ ਨੇ ਜਿਹੜਾ ਪ੍ਰਸ਼ਾਸਨ ਵੱਲੋਂ ਇੱਥੇ ਟੋਲ ਪਲਾਜ਼ਾ ਉਹ ਚਲਾਇਆ ਗਿਆ ਹੈ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਜਿਹੜਾ ਕਿਸਾਨਾਂ ਨੂੰ KMP ਰੋਡ ਦੇ ਉੱਤੇ ਉਰੇ ਖਰਖੌਦਾ ਦੇ ਟੋਲ ਪਲਾਜ਼ਾ ਤੇ ਧਰਨਾ ਲਾਉਣਾ ਪਿਆ, ਇਹਦੇ ਬਾਰੇ ਦੱਸੇਂਗੇ। ਸਾਡੀ ਜਿਹੜੀ ਰਾਤ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਅਸੀਂ ਆਗੂ ਇਕੱਠੇ ਹੋਏ ਸੀਗੇ, ਉਹਦੇ ਵਿੱਚ ਸਾਡੇ ਕੋਲੇ ਗੱਲ ਆਈ ਸੀ ਬਈ ਜਿਹੜੇ ਹਰਿਆਣੇ ਦੇ, ਦਿੱਲੀ ਦੇ ਆਸ-ਪਾਸ ਜਿਹੜੇ ਟੋਲ ਪਲਾਜ਼ੇ ਆ, ਉਹ ਪ੍ਰਸ਼ਾਸਨ ਬੜੇ ਟੇਢੇ ਢੰਗ ਦੇ ਨਾਲ ਜਿਹੜੀਆਂ ਆਪਣੀਆਂ ਗੱਡੀਆਂ ਝੰਡੇ ਵਾਲੀਆਂ ਉਹਨਾਂ ਨੂੰ ਛੋੜ ਦਿੰਦਾ, ਜੋ ਦੂਜੀਆਂ ਗੱਡੀਆਂ ਉਹਨਾਂ ਤੋਂ ਟੋਲ ਪਲਾਜ਼ਾ ਵਸੂਲਿਆ ਜਾ ਰਿਹਾ। ਤਾਂ ਅਸੀਂ ਰਾਤ ਇਹਨਾਂ ਨੇ, ਹਰਿਆਣੇ ਵਾਲਿਆਂ ਨੇ ਤੇ ਅਸੀਂ ਕੁਝ ਕਿਸਾਨਾਂ ਨੇ ਮੀਟਿੰਗ ਕੀਤੀ ਸੀ ਬਈ ਇਹਦੇ ਜਿਹੜਾ ਟੋਲ ਫ੍ਰੀ, ਜੇ ਦੂਜੇ ਫ੍ਰੀ ਹੈ ਇਹ ਵੀ ਫ੍ਰੀ ਕਰਾਵਾਂਗੇ। ਤਾਂ ਅੱਜ ਸਵੇਰ 12 ਵਜੇ ਜਿਹੜਾ ਇੱਥੇ ਅਸੀਂ ਆ ਕੇ ਧਰਨਾ ਸ਼ੁਰੂ ਕੀਤਾ। ਅਸੀਂ ਪਹਿਲਾਂ ਜਿਹੜੀ ਸਾਰੀ ਟ੍ਰੈਫਿਕ ਅਸੀਂ ਜਾਮ ਕੀਤੀ ਸੀ, ਪ੍ਰਸ਼ਾਸਨ ਕਹਿ ਰਿਹਾ ਸੀ ਵੀ ਅਸੀਂ ਕੱਟਾਂਗੇ ਪਰਚੀ। ਤਾਂ ਬਾਅਦ ਜਦੋਂ ਲਾਈਨਾਂ ਲੱਗੀਆਂ ਲੰਮੀਆਂ ਤਾਂ ਫਿਰ ਪ੍ਰਸ਼ਾਸਨ ਨੇ ਜਿਹੜਾ ਉਹ ਫ੍ਰੀ ਕਰਤਾ ਹੈ। ਹੁਣ ਇਸ ਗੱਲ ਤੇ ਅੜੇ ਹੋਏ SDM ਸਾਹਿਬ ਵੀ ਇੱਥੇ ਹੈ, DSP ਸਾਹਿਬ ਇੱਥੇ ਹੈ। ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਜਦੋਂ ਦੂਜੇ ਟੋਲ ਪਲਾਜ਼ੇ ਫ੍ਰੀ ਆ ਤਾਂ ਇਸ ਨੂੰ ਫ੍ਰੀ ਕਰੋ। ਇਹਨਾਂ ਦਾ ਇਹ ਕਹਿਣਾ ਵੀ ਜਿਹੜੇ ਵੱਡੇ ਵਪਾਰੀ ਆ ਉਹਨਾਂ ਤੋਂ ਸਾਨੂੰ ਵਸੂਲ ਲੈਣ ਦਿਓ। ਤਾਂ ਅਸੀਂ ਆਖਿਆ ਇਹਦਾ ਮਤਲਬ ਦੋ ਕੁਛ ਹੈ ਬਈ ਇੱਕ ਟੇਢੇ ਢੰਗ ਦੇ ਨਾਲ ਕਿਸਾਨਾਂ ਨੂੰ ਖੁਸ਼ ਕਰਨ ਲੱਗੇ ਹੋਏ ਹੋ ਬਈ ਤੁਹਾਨੂੰ ਟੋਲ ਪਲਾਜ਼ਾ ਲੈਤਾ ਨਹੀਂ ਜਾ ਰਿਹਾ, ਵਪਾਰੀਆਂ ਤੋਂ ਲੈਤਾ ਜਾ ਰਿਹਾ। ਤਾਂ ਜੇ ਉਹਨਾਂ ਨੂੰ ਇੰਨੇ ਨੁਕਸਾਨ ਆ, ਸਾਡੇ ਜਿਹੜੇ ਕਾਨੂੰਨ ਆ ਛੇਨੇ ਉਹ ਰੱਦ ਕਰ ਦੇਣ। ਤਾਂ ਸਾਡੀ ਟੋਲ ਪਲਾਜ਼ੇ ਵਾਲੀ ਮੰਗ ਹੀ ਨਹੀਂ ਸੀ। ਸਾਡੀ ਮੰਗ ਹੈ ਜਿਹੜੇ ਕਾਨੂੰਨ ਆਏ ਨੇ ਉਹਨਾਂ ਨੂੰ ਰੱਦ ਕਰੋ। ਸਾਡੀਆਂ ਜ਼ਮੀਨਾਂ ਖੋਲ ਰਹੇ ਨੇ ਟੇਢੇ ਢੰਗ ਦੇ ਨਾਲ। ਤੁਸੀਂ ਅੱਜ ਵੀ ਭਾਵੇਂ ਸਾਰੇ ਭਾਰਤ ਦੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ, ਪਰ ਤੁਸੀਂ ਟੇਢੇ ਢੰਗ ਨਾਲ ਜਾ ਕੇ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ, ਪੰਜਾਬ ਦੀਆਂ ਮੰਡੀਆਂ ਦੇ ਵਿੱਚ, ਤਾਂ ਉਹਨਾਂ ਨੂੰ ਪ੍ਰਾਈਵੇਟਾਂ ਨੂੰ ਹਜੇ ਵੀ ਇਹਨਾਂ ਤੇ ਆੜ੍ਹਤੀਆਂ ਤੇ ਪ੍ਰੈਸ਼ਰ ਪਾ ਰਹੇ ਨੇ ਬਈ ਇਹ ਕਣਕ ਇੱਥੋਂ ਚੱਕ ਕੇ ਪ੍ਰਾਈਵੇਟ ਵਪਾਰੀਆਂ ਨੂੰ ਦਿਓ। ਜਿਹੜੇ ਕਿਸਾਨਾਂ ਨੇ FCI ਸਰਕਾਰ ਨੂੰ ਜਾਂ ਹੋਰ ਏਜੰਸੀਆਂ ਨੂੰ ਵੇਚੀਆਂ ਨੇ ਉਹਨਾਂ ਨੂੰ ਇਹ ਹਜੇ ਤੱਕ ਪੇਮੈਂਟ ਨਹੀਂ ਦਿੱਤੀ। ਜਿਹੜਾ ਹਰਿਆਣੇ ਦੇ ਕਿਸਾਨਾਂ ਨੇ ਵੀ ਆਪਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਆ ਬਈ 5 ਤਰੀਕ ਦੇ 6 ਤਰੀਕਾਂ ਦੇ ਜਿਹੜੀਆਂ ਕਣਕਾਂ ਵੇਚੀਆਂ ਕਿਸਾਨਾਂ ਦੀਆਂ, ਉਹ ਹਜੇ ਤੱਕ ਪੇਮੈਂਟ ਨਹੀਂ ਆਈ। ਤਾਂ ਜਿਹੜਾ ਇਹਨਾਂ ਨੂੰ ਦਬਾਅ ਪਾਇਆ ਜਾਵੇ ਪ੍ਰਾਈਵੇਟ ਵੇਚੋ, ਤਾਂ ਉਹ ਦੋਨੇ ਗੱਲਾਂ ਇੱਥੇ ਰੱਖੀਆਂ ਕਿਸਾਨਾਂ ਨੇ। ਹੁਣ 5-7 ਮਿੰਟਾਂ ਦੇ ਵਿੱਚ ਜਿਹੜਾ SDM ਹੈ ਉਹ ਕਹਿੰਦਾ ਵੀ ਮੈਂ ਤਾਂ ਵਾਲੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤੁਹਾਨੂੰ ਆ ਕੇ ਦੱਸਦੇ ਹਾਂ। ਪਰ ਸਾਡੀ ਇਹ ਮੰਗ ਸੀ ਵੀ ਜੇ ਤੁਸੀਂ ਇਹਨੂੰ ਫ੍ਰੀ ਕਰੋ, ਜੇ ਤੁਹਾਡੀ ਕੋਈ ਗੱਲ ਹੈ ਜਾਂ ਪ੍ਰਪੋਜ਼ਲ ਹੈ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਰੱਖੋ। ਜੋ ਉੱਥੋਂ ਫੈਸਲਾ ਆਊਗਾ ਉਹ ਸਾਰੇ ਭਾਰਤ ਦੇ ਵਿੱਚ ਲਾਗੂ ਹੋਊਗਾ। ਨਹੀਂ ਉਹਨਾਂ ਚਿਰ ਜਿਹੜੇ ਸਾਡੇ ਕਿਸਾਨ ਹੈ ਇਹ ਇੱਥੇ ਬੈਠਣਗੇ, ਟੋਲ ਫ੍ਰੀ ਕਰਨਗੇ। ਜੇ ਤੁਸੀਂ ਕੋਈ ਸਖਤੀ ਵਰਤੀ ਤਾਂ ਉਹਦਾ ਸਾਰਾ ਜਿਹੜਾ ਮੈਸੇਜ ਆ ਸਰਕਾਰ ਨੂੰ ਨੁਕਸਾਨ ਪਹੁੰਚਾਉਣਾ ਹੋਣਾ ਹੈ। ਤਾਂ ਉਹ ਵਧੀਆ ਗੱਲ ਹੈ। ਇੱਕ ਜਿਹੜੀ ਇਹਨਾਂ ਨੇ ਰੱਖੀ ਸੀ ਗੱਲ, ਉਹ ਸਾਡੀ ਪਹਿਲਾਂ ਤੋਂ ਤੈਅ ਹੈ ਵੀ ਕੋਈ ਐਮਰਜੈਂਸੀ ਜਿਹੜੀਆਂ ਸੇਵਾਵਾਂ ਆਏ ਨੇ ਉਹਨਾਂ ਨੂੰ ਛੱਡਿਆ ਜਾ ਰਿਹਾ ਹੈ। ਤਾਂ ਜਾਂ ਕੋਈ ਮਰੀਜ਼ ਹੈ ਜਾਂ ਕੋਈ ਹੋਰ ਗੱਡੀ ਹੈ ਐਮਰਜੈਂਸੀਆਂ ਨੂੰ, ਦੂਜੀ ਜਿਹੜੀ ਹੈ ਦੂਜੇ ਪ੍ਰਜੋਲ ਨੂੰ ਰੋਕਿਆ ਜਾ ਰਿਹਾ। ਪਰ ਹੁਣ ਇੱਕ ਕਿਸਾਨਾਂ ਦੇ ਦਬਾਅ ਕਰਕੇ ਤਾਂ ਜਿਹੜਾ ਇਹਨਾਂ ਨੇ ਫ੍ਰੀ ਕੀਤਾ, ਇਹੀ ਸਾਡੀ ਮੰਗ ਹੈ ਵੀ ਜਿਹੜੇ ਟੋਲ ਪਲਾਜ਼ੇ ਆ ਉਹ ਫ੍ਰੀ ਕੀਤੇ ਜਾਣ। ਪਰ ਇਹ ਚੋਰੀ ਚੱਪੇ ਜਿਹਨੂੰ ਗੁੰਡਾ ਟੈਕਸ ਕਹਿੰਦੇ ਆ, ਤਾਂ ਇਹ ਰਾਤ ਨੂੰ ਕੁਝ ਲਿਆ ਜਾਂਦਾ ਹੈ, 2 ਬੰਦੇ ਇਹਨਾਂ ਦੇ ਆ ਜਾਂਦੇ ਨੇ, ਦੂਜੇ ਪਤਾ ਨਹੀਂ ਹੁੰਦਾ, ਤਾਹਾਂ ਵੀ ਨਹੀਂ ਪਤਾ ਹੁੰਦਾ। ਸਾਡੇ ਕੋਲੇ ਤਾਂ ਇਹੋ ਜਿਹੀ ਵੀ ਗੱਲ ਆਈ ਆ ਵੀ ਜਿਹੜਾ ਇਹਨਾਂ ਦਾ ਕੈਮਰਾ ਹੈ ਉਹ ਕੁਝ ਬੰਦੇ ਕੁਝ ਹੱਦ ਤੱਕ ਕੈਮਰਾ ਬੰਦ ਕਰ ਲੈਂਦੇ ਨੇ। ਤਾਂ ਲੋਕਾਂ ਤੋਂ ਜਿਹੜਾ ਵਸੂਲਿਆ ਜਾ ਰਿਹਾ ਉਹ ਆਪਦੀ ਜੇਬ 'ਚ ਪਾਉਂਦੇ ਨੇ। ਤਾਂ 4 ਸਵੇਰੇ ਜਿਹੜੀ ਲੁੱਟ ਹੈ ਉਹ ਹੋ ਰਹੀ ਹੈ। ਉਹ ਲੁੱਟ ਦੇ ਖਿਲਾਫ ਅੱਜ
ਜਿਹੜੇ ਆਪਣਾ ਪੰਜਾਬ ਚ ਟੋਲ ਪਲਾਜ਼ੇ ਨੇ ਉਹਨਾਂ ਤੇ ਲਗਾਤਾਰ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਤੇ ਲੱਗਦਾ ਨਹੀਂ ਵੀ ਇੱਥੇ ਵੀ ਚਾਹੀਦਾ ਹੈ ਕਿਸਾਨਾਂ ਨੂੰ, ਹਰਿਆਣੇ ਦੇ ਜਿਹੜੇ ਕਿਸਾਨ ਨੇ ਇੱਥੇ ਬੈਠਣ, ਪੱਕੇ ਡੇਰੇ ਲਾਏ ਜਾਣ ਤਾਂ ਕਿ ਇਹਨਾਂ ਦੀਆਂ ਜਿਹੜੀਆਂ ਇਹ ਲੁੱਟਾਂ ਇਹਨੂੰ ਬੰਦ ਕੀਤਾ ਜਾ ਸਕੇ। ਹਾਂ ਦੇਖੋ ਇਹੀ ਚੱਲਦਾ, ਅਸੂਲ ਇਹੀ ਹੈ ਬਈ ਜਿੰਨਾ ਚਿਰ ਸਰਕਾਰ ਮੰਨਦੀ ਨਹੀਂ, ਚਾਹੇ ਸਾਡੇ ਦਿੱਲੀ ਦੇ ਵਿੱਚ ਡੇਰੇ ਲਾਏ ਨੇ, ਚਾਹੇ ਸਾਡੇ ਟੋਲ ਪਲਾਜ਼ਾ ਤੇ ਲਾਏ, ਚਾਹੇ ਮੌਲਾਂ ਤੇ ਲਾਏ ਨੇ ਜਾਂ ਰਿਲਾਇੰਸ ਪੰਪਾਂ ਤੇ, ਬਣਦਾ ਇਹੀ ਹੈ ਵੀ ਉਹਨਾਂ ਚਿਰ ਅਸੀਂ ਬੈਠਾਂਗੇ, ਲੋਕਾਂ ਨੂੰ ਫ੍ਰੀ ਕਰਾਂਗੇ। ਹਾਂ ਇਹ ਗੱਲ ਸਰਕਾਰ ਦੇ ਪਾਲੇ 'ਚ ਹੈ, ਜਿੰਨਾ ਚਿਰ ਉਹਨੇ ਸਾਨੂੰ ਬਹਾਉਣਾ ਬਹਾਵੇ, ਨਹੀਂ ਫ੍ਰੀ ਕਰੇ। ਪਰ ਇਹ ਜਿਹੜਾ ਲਾਣ ਵੀ ਜੇ ਕਰ ਦੇਣਗੇ, ਇਹ ਤੁਹਾਡੀ ਗੱਲ ਠੀਕ ਹੈ, ਪਰ ਇਹ ਰਾਤ ਨੂੰ ਫੇਰ ਵਸੂਲਣ ਲੱਗ ਜਾਂਦੇ ਆ। ਤਾਂ ਇਹ ਅਸੀਂ ਬਿਉਂਤਬੰਦੀ ਕਰਕੇ, ਹਰਿਆਣੇ ਵਾਲੇ ਕਿਸਾਨ ਹੈਗੇ ਆ, ਆਗੂ ਹੈਗੇ ਆ, ਉਹਨਾਂ ਨਾਲ ਬਿਉਂਤ ਕਰਕੇ ਪੱਕਾ ਟੈਂਟ ਲਾਵਾਂਗੇ। ਜੇ ਕੋਈ ਗੱਲਬਾਤ ਆਉਂਦੀ ਆ ਫ੍ਰੀ ਕਰਦੇ ਆ ਤਾਂ ਉਹੋ ਜਿਹੀ ਇਹਨਾਂ ਦੇ ਨਾਲ ਬਾਤ ਕਰਕੇ ਇਹ ਠੀਕ ਹੈ, ਡੇਰੇ ਲਾਏ ਬਿਨਾਂ ਕੋਈ ਹੱਲ ਨਹੀਂ ਹੋਣਾ। ਪਹਿਲਾਂ ਬਹਾਦਰਗੜ੍ਹ ਵੀ ਇਦਾਂ ਹੀ 2 ਦਿਨ ਪਹਿਲਾਂ 3 ਦਿਨ ਪਹਿਲਾਂ ਧਰਨਾ ਲਗਾਇਆ ਗਿਆ ਉਗਰਾਹਾਂ ਜਥੇਬੰਦੀ ਵੱਲੋਂ ਤੇ ਹਰਿਆਣੇ ਦੀਆਂ ਖਾਸ ਪੰਚਾਇਤਾਂ ਵੱਲੋਂ, ਉੱਥੇ ਵੀ ਹੁਣ ਪੱਕੇ ਡੇਰੇ ਲਗਾਏ ਗਏ ਨੇ ਕਿਸਾਨਾਂ ਵੱਲੋਂ। ਤਾਂ ਚਾਹੀਦਾ ਹੈ ਵੀ ਹਰ ਇੱਕ ਟੋਲ ਪਲਾਜ਼ੇ ਤੇ ਕਿਸਾਨਾਂ ਵੱਲੋਂ ਪੱਕੇ ਡੇਰੇ ਲਗਾਏ ਜਾਣ। ਇਹ ਮੀਟਿੰਗ ਹੁਣ ਹੋਏਗੀ, ਜੋ ਫੈਸਲਾ ਹੋਵੇਗਾ, ਪ੍ਰਸ਼ਾਸਨ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਤਾਂ ਜੇ ਨਹੀਂ ਮੰਨਦੇ ਤਾਂ ਇਹੀ ਕੁਝ ਹੋਏਗਾ। ਬੋਲਿਆ ਉਹਨਾਂ ਨੇ ਪਹਿਲਾਂ ਵੀ ਟੈਂਟ ਲਾ ਕੇ ਪੱਕੇ ਤੌਰ ਤੇ ਬੈਠਾਂਗੇ। ਜਿਹੜਾ ਪੁਲਿਸ ਪ੍ਰਸ਼ਾਸਨ ਆ ਵੱਡੀ ਗਿਣਤੀ ਦੇ ਵਿੱਚ ਆਇਆ, ਕਿਸਾਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੇਖੋ ਇਹ ਸਰਕਾਰ ਦੋਨੇ ਹੱਥ ਪਾਉਂਦੀ ਹੁੰਦੀ ਹੈ ਜੀ, ਦੇਖਣ ਨੂੰ ਗੱਲਬਾਤ 'ਚ ਬਹੁਤ ਨਰਮ ਲੱਗਦੀ ਹੁੰਦੀ ਹੈ। ਜਿਹੜੇ ਨਾਲ ਦੇ ਲੋਕ ਹੈ ਜਾਂ ਕੋਈ ਸਾਡੇ ਵਰਕਰ ਆ, ਉਹਨਾਂ ਨੂੰ ਲੱਗਣ ਲੱਗ ਜੇ ਦੇਖੋ ਪ੍ਰਸ਼ਾਸਨ ਕਿੰਨੀ ਸਿਆਣੀ ਗੱਲ ਕਰ ਰਿਹਾ ਬਈ, ਤਾਂ ਜਦ ਬਹੁਤ ਨਰਮ ਹੈ। ਇੱਕ ਦੂਜੇ ਪਾਸੇ ਸਾਰੇ ਜਿਹੜੇ ਆਥਰੂ ਗੈਸਾਂ ਦੇ ਲੈਂਸ ਹੋ ਕੇ ਆਉਣੇ, ਜਿਹੜੀਆਂ ਪਾਣੀ ਦੀਆਂ ਪਿਛਾੜਾਂ ਮਾਰਨੀਆਂ, ਉਹ ਇੱਕ ਪ੍ਰੈਸ਼ਰ ਪਾਸ ਤੇ ਵੀ ਜੇ ਤੁਸੀਂ ਕੁਛ ਇਹ ਕਰੋਗੇ ਤਾਂ ਆ ਤੁਹਾਡੇ ਤੇ ਵਰਤਿਆ ਜਾ ਸਕਦਾ ਹੈ। ਇਹ ਦੋਨੇ ਹੱਥੀ ਕਰਦੇ ਹੁੰਦੇ ਆ, ਪਰ ਅਸ ਕਿਸਾਨ ਇਹ ਸਾਰੀਆਂ ਗੱਲਾਂ ਦਾ ਜਿਹੜਾ ਫਾਈਨਲ ਆ ਉਹ ਦੇਖ ਚੁੱਕੇ ਨੇ। ਇਹ ਸਾਰਾ ਇਹ ਸਰਕਾਰ ਨੂੰ ਫੇਲ ਕਰ ਚੁੱਕੇ ਆ। ਇਹ ਸਿਰਫ ਇੱਕ ਦਿਖਾਉਣ ਤੇ ਪ੍ਰੈਸ਼ਰ ਪਾਉਣ ਵਾਸਤੇ ਹੈ, ਵਰਤਣ ਵਾਸਤੇ ਨਹੀਂ। ਇਹ ਸਾਰਾ ਕੁਝ ਸਰਕਾਰ ਦਾ ਫੇਲ ਕਰ ਚੁੱਕੇ ਆ। ਜੇ ਸਰਕਾਰ ਨੂੰ ਹਜੇ ਵੀ ਲੱਗਦਾ ਹੈ ਵੀ ਇਸ ਤਾਕਤ ਦੇ ਨਾਲ ਕਿਸਾਨਾਂ ਤੋਂ ਕੋਈ ਮੰਗ ਮਨਵਾਈ ਜਾ ਸਕਦੀ ਹੈ, ਕਿਸਾਨਾਂ ਨੂੰ ਠਾਇਆ ਜਾ ਸਕਦਾ ਹੈ, ਵਰਤ ਕੇ ਦੇਖ ਲੈਣ, ਉਹਦੇ ਛਿੱਟੇ ਕੀ ਨਿਕਲਣਗੇ, ਇਹ ਭੁਗਤਣੇ ਪੈਣਗੇ ਸਰਕਾਰ ਨੂੰ। ਕਿਤੇ ਨਾ ਕਿਤੇ ਸਰਕਾਰ ਨੂੰ ਇਹ ਨਹੀਂ ਲੱਗ ਰਿਹਾ ਵੀ ਵਾਢੀ ਦਾ ਸੀਜ਼ਨ ਆ, ਕਿਸਾਨ ਘਟ ਗਏ ਨੇ ਤਾਂ ਕਰਕੇ ਇਦਾਂ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ, ਵੀ ਜੋ ਕਿ ਦੇਖ ਲਿਆ ਜਾਵੇ ਕਿਤੇ ਕਿਸਾਨ ਮੱਠੇ ਤਾਂ ਨਹੀਂ ਪਏ ਵੀ ਇਦਾਂ ਦੇ ਚਲਾ ਕੇ ਦੇਖ ਲਈਏ, ਉਹ ਚੀਜ਼ ਤਾਂ ਨਹੀਂ। ਹਾਂ ਇਹ ਜ਼ਰੂਰ ਹੈ। ਅਸੀਂ ਦੇਖੋ ਕਿਸਾਨਾਂ ਨੂੰ ਵਾਰ-ਵਾਰ ਸਟੇਜਾਂ ਤੋਂ ਵੀ ਬੋਲਦੇ ਆ, ਮੀਟਿੰਗ 'ਚ ਬੋਲਦੇ ਆ। ਮੋਰਚਾ ਉਹ ਹੁੰਦਾ, ਮੋਰਚੇ ਨੂੰ 24 ਘੰਟੇ ਆਗੂਆਂ ਦੀ, ਵਰਕਰਾਂ ਦੀ ਨਿਗਾਹ ਰੱਖਣੀ ਚਾਹੀਦੀ ਹੈ, ਕਿਸੇ ਵੇਲੇ ਵੀ ਕਮਜ਼ੋਰ ਨਹੀਂ ਛੱਡਣਾ ਚਾਹੀਦਾ। ਤੇ ਇਹੀ ਇਹਨਾਂ ਦੀਆਂ ਜਿਹੜੀਆਂ ਏਜੰਸੀਆਂ ਇਹੀ ਮੌਕੇ ਨੂੰ ਭਾਫਦੀਆਂ ਹੁੰਦੀਆਂ ਬਈ ਅੱਜ ਬੜਾ ਮੌਕਾ ਹੈ ਬਈ, ਕੀ ਕਿਸਾਨ ਆਪਦੇ ਕੰਮ ਕਰਨੀ ਧਿਆਨ ਰੱਖਦੇ ਆ ਜਾਂ ਸਰਕਾਰ ਦੀ ਨੀਤੀ ਦਾ ਟਾਕਰਾ ਕਰਨ ਲਈ ਤਿਆਰ ਨੇ। ਪਰ ਇਹ ਠੀਕ ਹੈ, ਕਿਤੇ ਵੇਲੇ ਵੀ ਜਿਹੜੀ ਇਹਨਾਂ ਦੀ ਕਮਜ਼ੋਰੀ ਹੈ ਸਾਨੂੰ ਨਹੀਂ ਦੇਣੀ ਚਾਹੀਦੀ ਸਰਕਾਰ ਨੂੰ। ਹਰ ਵਕਤ ਜਿਵੇਂ ਫੌਜ ਪਹਿਰੇ ਤੇ ਆਪਦੀ ਡਿਊਟੀ ਦਿੰਦੀ ਹੈ, ਸਾਨੂੰ ਵੀ ਉਵੇਂ ਜ਼ਿਕਰ ਜਿਹੜਾ ਪਿੰਡਾਂ ਦੇ ਵਿੱਚ ਕੰਮ ਪਿਆ, ਉਹ ਮਾੜਾ ਮੋਟਾ ਨੁਕਸਾਨ ਹੋ ਸਕਦਾ। ਤੂੜੀ ਜਿੱਥੇ ਇੱਕ ਦਿਨ 'ਚ ਬਣਾਉਣੀ 2 ਦਿਨਾਂ 'ਚ ਬਣ ਸਕਦੀ ਹੈ, ਜਿੱਥੇ ਮੰਡੀਆਂ ਦੇ ਵਿੱਚ ਬੈਠਣਾ 2 ਦਿਨ 4 ਦਿਨ ਬੈਠ ਸਕਦਾ, ਗਵਾਂਢੀ ਵੀ ਬੈਠ ਸਕਦਾ। ਪਰ ਜੇ ਇੱਥੇ ਸਾਡਾ ਜਿਹੜਾ ਨੁਕਸਾਨ ਹੋ ਗਿਆ ਭਾਰਤ ਲੈਵਲ ਦਾ, ਆ ਕਾਨੂੰਨਾਂ ਦੇ ਖਿਲਾਫ, ਆ ਟੋਲ ਪਲਾਜ਼ਾ ਤੇ ਮੌਲਾਂ ਤੇ, ਇਹ ਨਹੀਂ ਸਾਥੋਂ ਪੂਰਾ ਹੋਣਾ, ਇਹਦਾ ਜਵਾਬ ਨਹੀਂ ਮਿਲਣਾ। ਪਰ ਇਹਨਾਂ ਨੂੰ ਖਾਲੀ ਨਹੀਂ ਛੱਡਣਾ ਚਾਹੀਦਾ। 24 ਘੰਟੇ ਜਿਹੜੀ ਡਿਊਟੀ ਹੈ, ਅਸੀਂ ਤਾਂ ਹੁਣ ਇਹ ਕਹਿੰਦੇ ਵੀ ਇਹੋ ਜਿਹਾ ਸਮਾਂ ਹੈ ਨਹੀਂ ਹੁਣ ਵੀ 5 ਦਿਨ ਲਾਓ 5 ਦਿਨ ਜਾਓ, 7 ਦਿਨ ਆਓ ਫਿਰ 7 ਦਿਨ ਚਲੇ ਜਾਓ। ਜੇ ਸੱਚਿਓ ਇਹਨਾਂ ਕਾਨੂੰਨਾਂ ਦੇ ਖਿਲਾਫ ਮਾਨਸਿਕ ਤੌਰ ਤੇ ਤਿਆਰ ਤੁਸੀਂ ਹੋ ਚੁੱਕੇ ਹੋ ਬਈ ਇਸ ਲਾਗੂ ਹੋਣ ਨਾਲ ਸਾਡੀ ਜ਼ਮੀਨ ਨਹੀਂ ਰਹਿਣੀ, ਤੇ ਫਿਰ ਹੁਣ ਮਾਨਸਿਕ ਤੌਰ ਤੇ ਤਿਆਰ ਹੋ ਕੇ ਮੋਰਚੇ 'ਚ ਡਟ ਜਾਣਾ ਚਾਹੀਦਾ ਹੈ। ਸਰਕਾਰ ਸਾਡੇ ਤੇ ਗੋਲੀ ਚਲਾਵੇ, ਸਰਕਾਰ ਸਾਨੂੰ ਫੜ ਕੇ ਜੇਲ੍ਹ 'ਚ ਲੈ ਕੇ ਜਾਵੇ, ਸਰਕਾਰ ਸਾਨੂੰ ਘੜੀਸੇ, ਅਸੀਂ ਇਹ ਮੰਨ ਕੇ ਆਈਏ ਵੀ ਜਿਹੜੀਆਂ ਸਾਡੀਆਂ ਹੁਣ ਜ਼ਿੰਦਗੀਆਂ ਉਹ ਅਸੀਂ ਇਹਨਾਂ ਦੇ ਲੇਖੇ ਲਾਤੀਆਂ। ਹੁਣ ਸਾਨੂੰ ਸਰਕਾਰ ਨੇ ਮੋੜਨਾ ਇੱਥੇ ਜੇਲ੍ਹਾਂ 'ਚ ਲੈ ਕੇ ਜਾਣਾ ਜਾਂ ਇੱਥੋਂ ਡੈੱਡ ਬਾਡੀਆਂ ਤੋਰਨੀਆਂ। ਮਾਨਸਿਕ ਤੌਰ ਤੇ ਲੋਕਾਂ ਨੂੰ ਤਿਆਰ ਹੋਣਾ ਚਾਹੀਦਾ। ਸਰਕਾਰ ਨੂੰ ਕੋਈ ਪ੍ਰਚਾਰ ਕਰਕੇ ਕੋਈ ਅਸੀਂ ਵੱਡੀ ਲੌਸਮੈਂਟ ਭੜਕਾ ਕੇ ਮੰਗ ਨਹੀਂ ਮਨਵਾਈ ਜਾ ਸਕਣੀ। ਮੰਗ ਉਦੋਂ ਮਨਾਈ ਜਾਂਦੀ ਜੋ ਚੇਨਕ ਤੌਰ ਤੇ ਇਹਨਾਂ ਦੀਆਂ ਏਜੰਸੀਆਂ ਦੀਆਂ, ਇੰਟੈਲੀਜੈਂਸੀਆਂ ਦੀਆਂ ਰਿਪੋਰਟਾਂ ਜਾਂਦੀਆਂ ਨੇ ਵੀ ਇਸ ਗੱਲ ਤੇ ਲੋਕ ਤਿਆਰ ਹੈ, ਜੇ ਤੁਸੀਂ ਸਖਤੀ ਵਰਤੋਗੇ ਇਹਦਾ ਨੁਕਸਾਨ ਹੋਊਗਾ, ਉਸ ਨਾਲ ਘੋਲ ਜਿੱਤੇ ਜਾ ਸਕਦੇ ਆ। ਇਸ ਕਰਕੇ ਮੇਰੀ ਬੇਨਤੀ ਹੈ ਕਿਸਾਨਾਂ ਨੂੰ ਵੀ ਸਰਕਾਰਾਂ ਦੀਆਂ ਝਾਕਾਂ ਛੱਡ ਕੇ ਅਸੀਂ ਇੱਕ ਨਾਅਰਾ ਦਿੰਦੇ ਹਾਂ ਬਈ ਕਿਸਾਨਾਂ ਦੀ ਝਾਕ ਛੱਡੋ, ਆਪਦੀ ਰਾਖੀ ਆਪ ਕਰੋ। ਸਾਨੂੰ ਆਪਦੀ ਰਾਖੀ ਅੱਜ ਟੋਲ ਪਲਾਜ਼ੇ 'ਤੇ ਵੀ ਕਰਨੀ ਪੈ ਰਹੀ ਹੈ, ਮੰਡੀਆਂ 'ਚ ਵੀ ਕਰਨੀ ਪੈ ਰਹੀ ਹੈ, ਤਾਂ ਖੇਤਾਂ 'ਚ ਵੀ ਕਰਨੀ ਪੈ ਰਹੀ ਹੈ, ਤੇ ਦਿੱਲੀ ਦੇ ਬਾਰਡਰਾਂ 'ਤੇ ਵੀ ਕਰਨੀ ਪੈ ਰਹੀ ਹੈ। ਤਾਂ ਸਾਨੂੰ ਇਹਨਾਂ ਨੂੰ ਮੋੜਨ ਵਾਸਤੇ ਤਾਂ ਇਹੀ ਰਾਹ ਹੈ
ਕਿ ਆਪਦੇ ਕਾਰੋਬਾਰ ਛੱਡ ਕੇ ਇੱਕ ਜੀ ਮੋਰਚੇ ਦੇ ਸਮਰਥਨ ਹੋਣਾ ਚਾਹੀਦਾ ਹੈ ਬਈ ਅਸੀਂ ਜਿੰਨਾ ਚਿਰ ਕੁਛ ਸਰਕਾਰ ਨਹੀਂ ਮੰਨਦੀ ਇੱਥੋਂ ਵਾਪਸ ਨਹੀਂ ਜਾਵਾਂਗੇ, ਗਿਣਤੀ ਨਹੀਂ ਘਟਾਵਾਂਗੇ। 24 ਘੰਟੇ ਜੋ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਹੈ, ਇਹ ਤਾਂ ਇੱਕ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਹੁੰਦੀਆਂ ਵੀ ਕੇਰਾਂ ਇਕੱਠ ਵਧਾ ਲਓ ਫਿਰ ਵਾਪਸ ਚਲੇ ਜਾਓ। ਤਾਂ ਸਾਡੀ ਜਿਹੜੀ ਜ਼ਿੰਦਗੀ ਮੌਤ ਦਾ ਸਵਾਲ ਹੈ ਇਹ ਇੱਥੇ ਬੈਠੇ ਬਗੈਰ ਹੱਲ ਨਹੀਂ ਹੋਣਾ। ਤਾਂ ਇਹੀ ਸਾਡਾ ਸੰਦੇਸ਼ ਹੈ ਕਿਸਾਨਾਂ ਨੂੰ, ਚਾਹੇ ਭਾਰਤ ਦੇ ਨੂੰ, ਚਾਹੇ ਹਰਿਆਣੇ ਦੇ ਆ, ਚਾਹੇ ਯੂਪੀ ਦੇ ਆ, ਚਾਹੇ ਮੱਧ ਪ੍ਰਦੇਸ਼ ਦੇ, ਰਾਜਸਥਾਨ ਦੇ ਆ, ਬਈ ਹੁਣ ਆਪਦਾ ਕੰਮ ਧਰ ਛੱਡ ਕੇ ਤਾਂ ਇੱਥੇ ਆ ਜਾਣਾ ਇਹਦਾ। ਜਿਹੜੀਆਂ ਸਾਡੀਆਂ ਮਾੜੀਆਂ ਮੋਟੀਆਂ ਗਿਣਤੀਆਂ ਘਟੀਆਂ ਆ ਉਹਦਾ ਛਿੱਟਾ ਹੈ ਜਿਹੜਾ ਇਹਨਾਂ ਨੇ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਪਰ ਫਿਰ ਵੀ ਮੈਂ ਧੰਨਵਾਦੀ ਹਾਂ ਕਿਸਾਨਾਂ ਦੇ, ਹਰਿਆਣੇ ਦੇ ਤੇ ਸਾਡੇ ਜਿਹੜੇ ਉਸ ਬਾਰਡਰ ਤੋਂ ਵੀ ਪੰਜਾਬ ਦੇ ਕਿਸਾਨ ਆਏ ਆ। ਤਾਂ ਅੱਜ ਅਸੀਂ ਇਕੱਠੇ ਹੋ ਕੇ ਇਹਦਾ ਸਾਥ ਦਿੱਤਾ ਵੀ ਇਹਨੂੰ ਚਾਲੂ ਨਹੀਂ ਹੋਣ ਦੇਵਾਂਗੇ। ਤਾਂ ਹਰ ਵਕਤ 24 ਘੰਟੇ ਕਿਸਾਨਾਂ ਨੂੰ ਇਸ ਵਕਤ ਅੱਖ ਦੇਖਣੀ ਚਾਹੀਦੀ ਹੈ ਸਰਕਾਰ ਦੀ ਅੱਜ ਨੀਤੀ ਕੀ ਹੈ। ਤਾਂ ਕਰੋਨਾ ਜਿਹੜੀ ਹੈ ਸਰਕਾਰ ਪ੍ਰਚਾਰ ਰਹੀ ਹੈ ਬਈ ਕਿਸਾਨ ਮਹਾਮਾਰੀ ਦਾ ਧਿਆਨ ਰੱਖਣ। ਹੁਣ ਸਾਡੇ ਮੋਰਚੇ ਨਾਲ ਸਾਡੀ ਜ਼ਮੀਨ ਜੁੜੀ ਹੋਈ ਹੈ। ਇੱਕ ਪਾਸੇ ਸਰਕਾਰ ਦੀ ਸਿਆਸੀ ਵੋਟਾਂ ਨਾਲ ਜ਼ਮੀਨ ਜੁੜੀ ਹੋਈ ਹੈ। ਹੁਣ ਜਦੋਂ ਕਰੋਨਾ ਹੈ ਭਾਰਤ ਦੇ ਵਿੱਚ ਹੈ ਤਾਂ ਸਾਰੇ ਲਈ, ਸਾਰਿਆਂ ਲਈ ਹੈ, ਭਾਰਤ ਲਈ ਵੀ ਹੈ, ਦੁਨੀਆ ਲਈ ਵੀ ਹੈ, ਸਾਡੇ ਪਿੰਡਾਂ ਲਈ ਵੀ ਹੈ। ਅਸੀਂ ਤਾਂ ਇੱਥੋਂ ਸਮਝਦੇ ਹਾਂ ਵੀ ਜੇ ਚਲੇ ਗਏ ਅਸੀਂ ਮਹਾਂਮਾਰੀ ਨਾਲ ਤਾਂ ਕੋਈ ਦਵਾਈ ਲੈ ਕੇ ਜ਼ਿੰਦਗੀ ਬਚਾ ਲਾਂਗੇ, ਪਰ ਜੇ ਜ਼ਮੀਨ ਚਲੀ ਗਈ ਤਾਂ ਅਸੀਂ ਬਚਣਾ ਨਹੀਂ। ਹੁਣ ਜੇ ਇਹਨਾਂ ਨੂੰ ਇੰਨਾ ਨੁਕਸਾਨ ਹੋਵੇ ਤਾਂ ਇਹਨਾਂ ਨੇ ਲੱਖਾਂ ਦੀਆਂ ਇਕੱਠ ਕਰਕੇ ਆਪਦੀਆਂ ਰੈਲੀਆਂ ਕੀਤੀਆਂ। ਇਹਨਾਂ ਦੀ ਜ਼ਮੀਨ ਜਾਂਦੀ ਸੀ ਨਾ, ਇਹ ਉਹਨਾਂ ਦੀ ਜ਼ਮੀਨ ਸੀ, ਸਾਡੀ ਆਹ ਜ਼ਮੀਨ ਹੈ। ਤਾਂ ਸਰਕਾਰ ਨੂੰ ਜੇ ਤੁਸੀਂ ਆਪਦੀ ਜ਼ਮੀਨ ਬਚਾਉਣ ਦੀ ਖਾਤਰ ਇਸ ਬਿਮਾਰੀ 'ਚ ਮੰਨਦੇ ਹੋ, ਬਾਹਰ ਨਿਕਲਦੇ ਹੋ, ਤਾਂ ਫਿਰ ਸਾਨੂੰ ਵੀ ਆਪਦੀ ਜ਼ਮੀਨ ਬਚਾਉਣ ਲਈ ਇਹੋ ਜਿਹੀ ਬਿਮਾਰੀ ਦੇ ਵਿੱਚ ਬਾਹਰ ਬੈਠੇ ਆ। ਤਾਂ ਵਧੀਆ ਹੱਲ ਇਹ ਆ ਜੇ ਸੱਚੀਓ ਤੁਸੀਂ ਮੰਨ ਲਈ ਬਈ ਹੈਗੀ ਹੈ ਤਾਂ ਇਹਦਾ ਹੱਲ ਇੱਕੋ ਹੈ, ਜੇ ਮਨੁੱਖ ਨੂੰ ਬਚਾਉਣਾ ਹੈ ਤਾਂ ਇਹਨੂੰ ਕਾਨੂੰਨਾਂ ਨੂੰ ਰੱਦ ਕਰਨ, ਤਾਂ ਕਿਸਾਨ ਘਰਾਂ 'ਚ ਜਾਣ। ਤਾਂ ਜੇ ਜ਼ਮੀਨ ਤੁਸੀਂ ਤਲਾਸ਼ ਰਹੇ ਹੋ ਤਾਂ ਸਾਡੇ ਆਪ ਕਿਸਾਨ ਆਪਦੀ ਜ਼ਮੀਨ ਬਚਾਉਣ ਦੀ ਖਾਤਰ ਇੱਥੇ ਜ਼ਿੰਦਗੀਆਂ ਲਾ ਦੇਣਗੇ, ਵਾਪਸ ਨਹੀਂ ਜਾਣਗੇ। ਇਸ ਕਰਕੇ ਕਰੋਨਾ ਦਾ ਬਹਾਨਾ ਮਾਰ ਕੇ ਕਾਨੂੰਨ ਨਹੀਂ ਲਾਗੂ ਹੋਣ ਦੇਵਾਂਗੇ। ਇਸ ਕਰਕੇ ਜੇ ਬਿਮਾਰੀ ਹੈ ਤਾਂ ਬਿਮਾਰੀ ਦਾ ਇੰਤਜ਼ਾਮ ਕੀਤਾ ਜਾਵੇ, ਜੇ ਕਾਨੂੰਨ ਹੈ ਸਿੱਧੇ ਤੌਰ ਤੇ ਇਹਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਨਹੀਂ ਹੋਣ ਦੇਵਾਂਗੇ, ਰੱਦ ਕਰਾ ਕੇ ਮੁੜਾਂਗੇ। ਧੰਨਵਾਦ ਜੀ। ਅਸੀਂ ਹੋਰ ਵੀ ਕਿਸਾਨਾਂ ਨਾਲ ਗੱਲ ਕਰਾਂਗੇ। ਇੱਥੇ ਹੋਰ ਵੀ ਕਿਸਾਨ ਨੇ, ਉਹ ਕਿਸ ਤਰ੍ਹਾਂ ਦੇਖਦੇ ਨੇ। ਕਿਸਾਨਾਂ ਵੱਲੋਂ ਸਿਖਰ ਦੁਪਹਿਰੇ ਵਿੱਚ ਤਪਦੀ ਧੁੱਪ ਵਿੱਚ ਗਰਮ ਸੜਕਾਂ ਤੇ ਬੈਠ ਕੇ ਇਹ ਜਿਹੜੀ ਲੁੱਟ ਹੈ ਉਹਨੂੰ ਬੰਦ ਕਰਵਾਇਆ ਜਾ ਰਿਹਾ ਹੈ। ਇਹ ਲੁੱਟ ਨੂੰ ਬੰਦ ਕਰਵਾਉਣ ਲਈ ਕਿਸਾਨ ਬਿਲਕੁਲ ਗਰਮੀ 'ਚ ਧੁੱਪ 'ਚ ਬੈਠੇ ਨੇ ਤੇ ਉਹਨਾਂ ਵੱਲੋਂ ਇਹ ਜਿਹੜਾ ਟੋਲ ਪਲਾਜ਼ਾ ਏ ਉਹ ਫ੍ਰੀ ਕਰਨ ਲਈ ਇੱਥੇ ਜੱਦੋ ਜਹਿਦ ਹੈ ਜਿਹੜੀ ਉਹ ਪ੍ਰਸ਼ਾਸਨ ਨਾਲ ਕੀਤੀ ਜਾ ਰਹੀ ਆ। ਸਾਡੇ ਨਾਲ ਹੋਰ ਵੀ ਕਿਸਾਨ ਨੇ, ਉਹਨਾਂ ਨਾਲ ਵੀ ਗੱਲ ਕਰਾਵਾਂਗੇ। ਵੱਡੀ ਗਿਣਤੀ 'ਚ ਜਿਹੜੇ ਬਜ਼ੁਰਗ ਨੇ ਉਹ ਇੱਥੇ ਬੈਠੇ ਨੇ ਤਪਦੀਆਂ ਸੜਕਾਂ ਦੇ ਉੱਤੇ, ਤਪਦੀਆਂ ਗਰਮੀਆਂ ਦੇ ਵਿੱਚ। ਹਾਂਜੀ, ਕੀ नाम है भाजी? फोन मिला रहे हैं जी, 1 मिनट। क्या नाम है जी? पवन कुमार जी। पवन कुमार जी, क्या कहोगे? आप इधर आ जाओ। क्या कहोगे जो सरकार की नीति है इसको किस तरह देखते हो? ऐसा है सरदार जी, देखो किसान कौम वह कौम है, अंग्रेजों का राज था यहाँ पे, मुगलों का राज था, उनकी सत्ता भी उखाड़ फेंकी है ना। बस थोड़ी ही एकता की कमी देख रहा हूँ मैं। जो ये कौम इकट्ठी होगी तो चाहे बीजेपी हो और चाहे कोई और भी पार्टी हो, जो भी हमारे साथ गलत करेगी, अगर हम संगठन बना के खड़े होंगे तो कोई भी हमारे आगे टिक नहीं सकता, है ना। और दूसरी बात है, अगर जो ये जोर जबरदस्ती करेंगे तो हम नहीं चाहते कि इस देश में वे हालात हुए जो कभी आज नक्सलियों को कह रहे हैं भाई, नक्सलियों के साथ भी उनकी ज़मीनें छीनी गई। अफगानिस्तान की तरफ कुर्द लड़ाके हैं, वे भी अपनी ज़मीनों के लिए लड़ रहे हैं। हम नहीं चाहते भाई आज का युवा आके रास्ता भटक के अपनी ज़मीनों के लिए, अपना वजूद बचाने के लिए, है ना, अगर भाई कोई गलत रास्ता ना इख्तियार कर ले। और मेन बात ये है कि सरकार को समझ जाना चाहिए कि किसान कितना दुखी है। जब सभी परेशान हैं तो क्यों जोर ज़बरदस्ती हो रही है हर चीज़ की। तो मेरा मानना है कि तब तक तो हम हटते नहीं हैं कि भाई जब तक सरकार ये काले कानून वापस नहीं लेती, हम बिल्कुल रोडों पे हैं। बिल्कुल, चाहे बच्चे हैं, बड़े हैं, बूढ़े हैं, माताएं हैं, बहनें हैं, सब यहाँ जमे रहेंगे।
और सरकार से मैं प्रार्थना करता हूं कि पब्लिक अब काफ़ी तंग हो चुकी है, ये काले कानून वापस ले लेने चाहिए, नहीं तो देश का युवा गलत रास्ते पर चला जाएगा, देश में शांति व्यवस्था खराब हो जाएगी। तो यही प्रार्थना मेरी कि प्रधानमंत्री जी से कि भाई ये काले कानून वापस ले ले। ਜੀ 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 ਧੰਨਵਾਦ ਜੀ। ਹਾਂਜੀ ਇਹ ਨੇ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਕਾਲੇ ਕਾਨੂੰਨ ਨੇ ਉਹ ਵਾਪਸ ਲੈ ਲੈਣੇ ਚਾਹੀਦੇ ਨੇ, ਨਹੀਂ ਜਿਹੜੇ ਕਿਸਾਨ ਨੇ ਜਿਹੜਾ ਜੂਆ ਹੈ ਉਹ ਗਲਤ ਰਸਤੇ ਤੇ ਚਲਿਆ ਜਾਊਗਾ। ਹਾਂਜੀ ਵਾਹਿਗੁਰੂ ਖਾਲਸਾ वाहिगुरु फतेह। वाहिगुरु जी की फतेह। कि आज की जो वार्ता है जहाँ पे इकट्ठे हुए हो, उसके बारे दसेंगे। देखो, प्रशासन ने ये कहा हमें कि भाई हम किसानों का झंडे लगी हुई गाड़ी को बिल्कुल नहीं रोक रहे, उससे टोल बिल्कुल भी नहीं ले रहे और आगे भी नहीं लेंगे। उनका ये सुझाव था, उनकी ये रिक्वेस्ट थी कि भाई जो बिना झंडे लगी हुई गाड़ी है, जो किसी और व्यापारियों की गाड़ी है, हम सिर्फ उससे टोल वसूल लेंगे, आप इस बात पर सहमत हो जाओ। उन्होंने ये कहा हमें, हमने उनको ये कहा कि भाई आप अपने सीनियर अधिकारियों से बात करके यही सुझाव आप हमारे संयुक्त किसान मोर्चा के नेताओं के पास ले जाओ, उनसे बात कर लो, क्योंकि जो संयुक्त किसान मोर्चा कहेगा हमें वही करना है। अभी मोर्चा ने ये कह रखा है कि भाई टोल बिल्कुल फ्री रहेंगे। यदि कल मोर्चा ये तय करता है कि भाई सिर्फ किसान की झंडे लगी हुई गाड़ियों से ही टोल उनको फ्री रहेगा, बाकी उसे लेना है तो हम उससे बंधे रहेंगे। तो हमने ये कहा कि आप हमारे सीनियर नेताओं से बात कर लो, वहाँ पे बात लेके जाओ, 2 दिन 3 दिन में जो आप मीटिंग करके जो आप तय करोगे, जो बातचीत से तय होगा, जब तक आप टोल को पहले के तरीके से फ्री कर दो, जब तक टोल फ्री रहेगा और उस मीटिंग में जो फैसला होगा फिर हम सारे वही मान लेंगे। ਤੁਸੀਂ ਮੀਟਿੰਗ ਦੀ ਗੱਲ ਕੀਤੀ ਆ, ਟੋਲ ਲਈ ਕੋਈ ਮੀਟਿੰਗ ਨਹੀਂ ਕੀਤੀ ਜਾਂਦੀ, ਰੋਡ ਖਾਲੀ ਕਰਨ ਲਈ ਮੀਟਿੰਗ ਕੀਤੀ ਜਾਂਦੀ ਆ। ਕਿਸਾਨਾਂ ਵੱਲੋਂ ਕੋਈ ਰੋਡ ਰੋਕਿਆ ਵੀ ਨਹੀਂ ਗਿਆ। ਰੋਡਾਂ ਤੇ ਜਿਹੜੀ ਬੈਰੀਕੇਡਿੰਗ ਆ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਆ, ਦਿੱਲੀ ਪੁਲਿਸ ਪ੍ਰਸ਼ਾਸਨ ਨੇ ਕੰਕਰੀਟ ਦੀਆਂ ਦੀਵਾਰਾਂ ਕੀਤੀਆਂ ਗਈਆਂ ਨੇ, ਕਿਸਾਨਾਂ ਨੇ ਦੋਨੋਂ ਸਾਈਡਾਂ ਤੇ ਰੋਡ ਖਾਲੀ ਛੱਡਿਆ ਬਾਈ, ਉਹਦੇ ਲਈ ਮੀਟਿੰਗ ਕੀਤੀ ਜਾਂਦੀ ਆ। ਪਰ ਇਦਾਂ ਦੇ ਜਿਹੜੇ ਕੰਮ ਨੇ ਉਹਦੇ ਲਈ ਮੀਟਿੰਗ क्यों नहीं की? आपने जायज सवाल उठाया, हम यही बात कह रहे हैं। भाई हमने तो आज तक कोई ऑक्सीजन की गाड़ी रोकी नहीं, हमने कोई इमरजेंसी सर्विसेज रोकी नहीं, लेकिन प्रशासन उसके लिए मीटिंग करता है। ठीक है, अगर प्रशासन गंभीर है और प्रशासन वाकई में इस मुद्दे पे विचार विमर्श करना चाहता है तो हमारे नेताओं को बुला के बात कर ले एक बार। लेकिन प्रशासन क्या करना चाह रहा है, जोर जबरदस्ती करके धक्केशाही के दम पे प्रशासन टोल को खुलवाना चाहता है। तो प्रशासन की मंशा ये नहीं है कि भाई सिर्फ किसान फ्री रहेंगे, किसानों का टोल फ्री रहेगा और दूसरों से टोल ले लेंगे, ये मंशा नहीं है। प्रशासन की मंशा ये है कि जोर जबरदस्ती करके इनको एक एक करके टोल खाली करवाते जाओ। आज ये खाली हो जाएंगे, कल कहीं पर और खाली कराएंगे, परसों कहीं और कराएंगे और फिर ये 10 दिन बाद ये कह देंगे बोला भाई अब तो किसानों से भी टोल लगेंगे। तो प्रशासन की जो मंशा है वो गलत है। हम इसीलिए कह रहे हैं कि भाई जैसे आप और मुद्दों को लेके आप बातचीत बुला लेते हो, लोकल प्रशासन की बात कर रहा हूं मैं, केंद्र सरकार की बात नहीं कर रहा। जो सोनीपत का प्रशासन, उस तरफ जो झज्जर का, बहादुरगढ़ का, रोहतक का प्रशासन जो मीटिंग बुला लेता है, ऐसे ही आप मीटिंग बुला लो, बात कर लो और मोर्चा जो हमें फैसला देगा उस पर हम मानेंगे। ਜੀ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਚ ਲਿਆਂਦਾ ਗਿਆ ਹੈ, ਕਿਸਾਨਾਂ ਨੂੰ ਡਰਾਉਣ ਦੇ ਲਈ ਆ ਇਹ ਕੀ? नहीं, किसान कोई डरने वाला नहीं है, किसान झुकने वाला नहीं है, किसान यहाँ पे अडिग रहेगा। किसान ਪ੍ਰਸ਼ਾਸਨ ਦੀ ਤਾਂ ਇਹੀ ਮਨਸਾ ਸੀਗੀ। देखो प्रशासन की अपनी तैयारी है, लेकिन मैं आपने ये कहना चाहूंगा आज सुबह से प्रशासन भी अलग तरीके से, अनुशासन के तरीके से, शांतिपूर्वक तरीके से दूर खड़ा है। हमारे किसान भी अपना आराम से बैठे हैं, अपनी बातचीत चल रही है, किसान और भी आने लग रहे हैं, किसान आने जाने लग रहे हैं। तो आज सुबह ऐसी कोई टकराव की घटना नहीं हुई है, वो अपना काम कर रहे हैं, हम अपना काम कर रहे हैं। ਇਦਾਂ ਨਹੀਂ ਲੱਗ ਰਿਹਾ ਜਿੱਦਾਂ ਪੰਜਾਬ 'ਚ ਜਾਂ ਹਰਿਆਣੇ ਦੇ ਵਿੱਚ ਵੀ ਟੋਲ ਪਲਾਜ਼ਿਆਂ ਤੇ ਪੱਕੇ ਜਿਹੜੇ ਧਰਨੇ ਨੇ ਕਿਸਾਨਾਂ ਵੱਲੋਂ ਡੇਰੇ ਲਗਾਏ ਗਏ ਨੇ, ਇਹਨਾਂ ਟੋਲ ਪਲਾਜ਼ਿਆਂ ਤੇ ਵੀ ਕਿਸਾਨਾਂ ਨੂੰ ਬੈਠਣਾ ਚਾਹੀਦਾ ਹਰ ਟਾਈਮ। भाई पहले कटाई शुरू होने से पहले यहाँ पे लोग परमानेंटली बैठते थे। आप भी जानते हैं कि अभी भी गेहूं कटाई का काम पूरा होगा, लेकिन तूड़े का काम अभी भी चल रहा है, रैपर अभी भी चल रहे हैं। जैसे आपके पंजाब से रैपर लेके दूसरे राज्यों में जाते हैं, ऐसे ही हमारे हरियाणा से भी अब रैपर लेके जाने, रैपर मशीन लेके जाने लग गए। तो यदि प्रशासन ये चाहता है कि हम यहाँ पे परमानेंट धरना लगावें तो वो भी करने को तैयार है, हम पीछे नहीं हटेंगे। जो मोर्चा कहेगा वही हमारा इलाका करेगा काम। जब तक कानून रद्द नहीं होंगे टोल प्लाजे फ्री रहेंगे। भाई मोर्चे का फैसला यही है अभी तक, जब तक हमारा आंदोलन नहीं जीता जाता है, जब तक आंदोलन चल रहा है, जब तक टोल फ्री रहेंगे, हम इसी फैसले पे अड़िग हैं। वो चाहे किसान ने चाहे व्यापारी है, सब वास्ते टोल फ्री है। भाई अभी तक का यही फैसला है, सबके लिए टोल फ्री है, पर हमारा मोर्चा कुछ और फैसला लेगा फिर उसके अनुसार चलेंगे। हाँ जी, ये सन किसान। हाँ जी बापू जी, क्या नाम है जी? रणबीर। रणबीर सिंह जी, क्या कहोगे, सरकार क्या कर रही है? क्या कर रही है सरकार? तो इस बात ना अपने मुंह तक खुद मोदी का है, अब मैं किसान का दून करूंगा और ये दून की बजाय किसान ना परेशान कर रहा है, परेशान कर रहा है। ये कह मैं दून करूंगा और किसान कह कि ये हमारे लिए घाटे की बात है, तो फिर इस बात ने फायदा क्यों करा है? फायदा वाली बात समझ में नहीं आई कि फायदा करा है कि तेरे क्यों करा है, कद करा है, फायदा वाली बात तो नहीं आ रही।
तो फायदा करने वाली बात वो खुद अपने मुंह तक है प्रधानमंत्री के ये मैं किसान का एक दून करूँगा पैदा वो फायदा करूँगा दून तब भी आगे की भी फोन करने के बजाय रोड पे बिठा दिया किसान। रोड पर क्या ये बिरान माटी कर दी इसकी बहुत दुखी कर रहे हैं बहुत बुरी। कितनी आयु है आपकी? मेरी पूरा तो देख वो परमात्मा इन बेरा है पर 80 का आसपास है। बाहरली कंट्रियों में 60 साल के बाद बुजुर्गों को बुढ़ापा पेंशन लग जाती है, उनको कोई काम नहीं करने देते। आपको अपनी जमीन बचाने के लिए गर्म रोडों पे बैठना पड़ रहा है। हाँ दो ये फायदे के बजाय नुकसान कर रहा है। ये बात नहीं ये कन तक ना के लिए भाई मैं तो करूँ था थारे ताई फायदा और फायदा तुम नहीं मानते तो मैं जो कर तुम मेरा जी सो मैं उससे तरिया कर दूं। ਜੀ ਧੰਨਵਾਦ ਜੀ। ਹਾਂਜੀ ਇਹ ਸਨ ਬਜ਼ੁਰਗ ਕਿਸਾਨ ਸਨ ਜਿਨ੍ਹਾਂ ਦੀ 80 ਸਾਲ ਦੇ ਲਾਗੇ ਉਮਰ ਆ। ਇਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀਆਂ ਨੀਤਾਂ ਨੇ ਜਿਹੜੀਆਂ ਉਹ ਬਿਲਕੁਲ ਸਾਫ਼ ਨਹੀਂ, ਕਿਸਾਨ ਨੂੰ ਡੋਬਣਾ ਚਾਹੁੰਦੀਆਂ ਨੇ, ਕਿਸਾਨੀ ਕਿੱਤੇ ਨੂੰ ਡੋਬਣਾ ਚਾਹੁੰਦੀਆਂ ਨੇ। ਜਦੋਂ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਕਾਲੇ ਕਾਨੂੰਨ ਨੇ ਜਿਹੜੇ ਸਾਡੇ ਲਈ ਮਾਰੂ ਨੇ, ਕਾਲੇ ਨੇ, ਇਹਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਅਸੀਂ ਕੋਈ ਵੀ ਟੋਲ ਪਲਾਜ਼ਾ ਨਹੀਂ ਚੱਲਣ ਦੇਵਾਂਗੇ। ਪਰ ਫਿਰ ਵੀ ਸਰਕਾਰਾਂ ਵੱਲੋਂ ਜਿਹੜੇ ਟੋਲ ਪਲਾਜ਼ੇ ਨੇ ਉਹ ਚਲਾਏ ਜਾਂਦੇ ਨੇ। ਭਾਰੀ ਮਾਤਰਾ 'ਚ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਲਿਆਂਦਾ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਤੋਂ ਟੋਲ ਨਹੀਂ ਲੱਤਾ ਜਾਊਗਾ, ਹੋਰ ਜਿਹੜੇ ਲੋਕ ਨੇ ਉਹਨਾਂ ਤੋਂ ਟੋਲ ਵਸੂਲਾਂਗੇ। ਪਰ ਕਿਸਾਨਾਂ ਦਾ ਕਹਿਣਾ ਹੈ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਕਿਸੇ ਤੋਂ ਟੋਲ ਨਹੀਂ ਵਸੂਲਣ ਦੇਵਾਂਗੇ ਤੇ ਇੱਥੇ ਜਿਹੜੇ ਧਰਨੇ ਨੇ ਉਹ ਲਗਾਏ ਜਾਣਗੇ। ਦੂਜੇ ਪਾਸੇ ਤਾਂ ਰੋਡ ਜਿਹੜੇ ਖਾਲੀ ਨੇ, ਰੋਡ ਖਾਲੀ ਵਾਸਤੇ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਕਿ ਰੋਡ ਖਾਲੀ ਕਰ ਦਿੱਤੇ ਜਾਣ, ਐਮਰਜੈਂਸੀ ਗੱਡੀਆਂ ਨੂੰ ਦਿੱਕਤ ਆ ਰਹੀ ਆ। ਪਰ ਇਹ ਜਿਹੜੇ ਟੋਲ ਪਲਾਜ਼ੇ ਨੇ ਇਹਨਾਂ ਨੂੰ ਚਲਾਉਣ ਦੇ ਲਈ ਕੋਈ ਮੀਟਿੰਗ ਨਹੀਂ ਕੀਤੀ ਜਾਂਦੀ। ਕਿਸਾਨਾਂ ਦਾ ਇਹੀ ਕਹਿਣਾ ਹੈ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਟੋਲ ਨਹੀਂ ਚੱਲਣ ਦੇਵਾਂਗੇ। ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਮੈਂ ਮਨਵਿੰਦਰ ਸਿੰਘ ਟਿਵਾਣਾ, ਹਰਿਆਣਾ।